वर्कर्स ਲਈ ਲੇਡੀਜ਼ ਦੇ ਲਈ ਡਰੱਗਸ ਆਰ ਇੰਪੋਰਟੈਂਟ ਬਿਕੋਜ਼ ਦੇ ਹੈਲਪ them to numb their pain। ਉਹ ਜਿੰਦਾਂ ਦਾ ਕੰਮ ਕਰ ਰਹੀਆਂ ਆ ਉਹਦੇ ਲਈ ਉਹਨਾਂ ਨੂੰ ਡਰੱਗਸ ਦੀ ਲੋੜ ਪੈ ਜਾਂਦੀ ਆ। ਤੇ ਇਹ ਕਾਰਨ ਜਿਹੜੇ ਲੇਡੀਜ਼ ਦੇ ਸੀਗੇ ਉਹ ਭਿੰਨ ਤਰੀਕੇ ਦੇ ਵੱਖ ਤਰੀਕੇ ਦੇ ਸੀਗੇ, ਜਿਹਦੇ ਵਿੱਚੋਂ ਬਚਪਨ ਦੇ ਵਿੱਚ ਕੀਤੀ ਗਈ ਉਹਨਾਂ ਨਾਲ ਕੋਈ ਟਰਾਮਾ ਜਾਂ ਕੋਈ ਸੈਕਸ਼ੂਅਲ ਹਰਾਸਮੈਂਟ ਹੋਈ। 2-3 ਕੁੜੀਆਂ ਨੇ ਦੱਸਿਆ ਸੀ ਉਹਨਾਂ ਦੇ ਘਰੇ ਮਾਂ-ਬਾਪ ਲੜਦੇ ਰਹਿੰਦੇ ਸੀਗੇ, ਉਹਨਾਂ ਨੇ ਕੁਝ ਦੇਖੀਆਂ ਚੀਜ਼ਾਂ ਜੋ ਉਹਨਾਂ ਨੂੰ ਨਹੀਂ ਦੇਖਣੀਆਂ ਸੀ ਚਾਹੀਦੀਆਂ, ਤੇ ਉਸ ਚੱਕਰ 'ਚ ਉਹਨਾਂ ਦੇ ਦੋਸਤਾਂ ਨੇ ਕਿਹਾ ਹਾਲੇ ਤੂੰ ਇਹ ਟਰਾਈ ਕਰਕੇ ਦੇਖ, ਤੈਨੂੰ ਵਧੀਆ ਲੱਗੇਗਾ। ਉਹਨਾਂ ਨੇ ਕੀਤਾ ਤੇ ਉਹਨਾਂ ਨੂੰ ਸੱਚੀ ਵਧੀਆ ਲੱਗਿਆ। ਇੱਕ ਵਾਰੀ ਵਧੀਆ ਲੱਗਦਾ ਆ, ਡਿਫਰੈਂਟ ਕਾਈਂਡ ਆਫ ਉਹ ਹੈਗੀ ਆ ਜੋ ਆਈ ਥਿੰਕ ਕੋਈ ਜ਼ਿਆਦਾ ਗੱਲ ਨਹੀਂ ਕਰਦਾ, ਉਹ ਆ ਸੈਕਸ ਵਰਕ ਦੀ ਐਂਡ ਪ੍ਰੋਸਟੀਟਿਊਸ਼ਨ ਦੀ। ਸੋ ਇਹ ਬਹੁਤ ਇੰਟੀਮੇਟਲੀ ਕਨੈਕਟਡ ਨੇ। ਇੱਕ ਲੇਡੀ ਸੀਗੇ, ਉਹ ਘਰੇ ਕਿਸੇ ਦੇ ਕੰਮ ਕਰਦੇ ਸੀਗੇ, ਉਹਨਾਂ ਕੋਲ ਐਨਰਜੀ ਨਹੀਂ ਫੀਲ ਹੁੰਦੀ ਸੀਗੀ। ਉਹਨਾਂ ਨੇ ਚਿੱਟਾ ਲਿੱਤਾ, ਉਹਨਾਂ ਨੂੰ ਲੱਗਿਆ ਕਿ ਮੈਂ ਤਾਂ ਹੁਣ ਬਹੁਤ ਕੰਮ ਕਰ ਲੂੰਗੀ, ਇੰਨਾ ਪੈਸਾ ਮਤਲਬ ਅਗਰ ਮੇਰੇ ਕੋਲ ਐਨਰਜੀ ਆ, ਤੇ ਉਹਨਾਂ ਨੇ ਉਸ ਹਿਸਾਬ ਨਾਲ ਡਰੱਗਸ ਦੀ ਵਾਇਆ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ। ਨਸ਼ਾ ਚਾਹੇ ਅਗਰ ਅਸੀਂ ਚਿੱਟਾ ਦੇਖੀਏ ਕੰਪੈਰੇਟਿਵ ਟੂ ਹੈਰੋਇਨ ਐਂਡ ਅਦਰ ਕੋਕੇਨ ਇੰਨਾ ਮਹਿੰਗਾ ਨਹੀਂ ਆ, ਪਰ ਹੈ ਤਾਂ ਫਿਰ ਵੀ ਪੈਸੇ ਲੱਗਦੇ ਨੇ। ਤੇ ਆਈ ਡੋਂਟ ਥਿੰਕ ਸੋ ਘਰੇ ਸਾਫ਼ ਸਫਾਈ ਕਰਕੇ ਲੋਕਾਂ ਦੀ ਉਹ ਪੂਰੀ ਹੁੰਦੀ ਹੋਊਗੀ, ਤੇ ਉਹ ਇਸ ਲਈ ਵੀ ਸੈਕਸ ਵਰਕਸ 'ਚ ਲੇਡੀ ਬਣ ਜਾਂਦੀਆਂ ਆ ਕਿ ਆਪਣਾ ਨਸ਼ੇ ਦੀ ਵੀ ਪੂਰੀ ਕਰਨ, ਕਿਉਂਕਿ ਪੈਸਾ ਵੀ ਕੰਪੈਰੇਟਿਵਲੀ ਜ਼ਿਆਦਾ ਹੁੰਦਾ ਆ। 18 to 40 ਕਹਿੰਦੇ ਨੇ ਜਿਹੜੀ ਸਟੱਡੀਜ਼ ਹੁੰਦੀਆਂ ਆ ਕਿ ਇਹ ਏਜ ਹੁੰਦੀ ਆ ਜਦ ਜ਼ਿਆਦਾਤਰ ਲੋਕੀ ਡਰੱਗਸ 'ਚ ਜਾਂਦੇ ਨੇ। ਬਟ ਹੁਣ ਤਾਂ ਐਨੀ ਵਿਚ ਵੇਜ਼, ਕਿਉਂਕਿ ਸਭ ਤੋਂ ਪਹਿਲੀ ਗੱਲ ਸਰ, ਅਗਰ ਤੁਸੀਂ ਆਪਣੇ ਗਾਣੇ ਹੀ ਸੁਣ ਲਓ ਪੰਜਾਬੀ ਮੀਡੀਆ ਦੇ, ਅੱਖ ਲਾਲ, ਇਹ ਸਾਰੀਆਂ ਚੀਜ਼ਾਂ ਤੁਸੀਂ ਕੀ ਕਰ ਰਹੇ ਹੋ, ਤੁਸੀਂ ਪਰਪੀਟਰੇਟ ਕਰ ਰਹੇ ਹੋ ਕਿ ਉਹ ਖੁਸ਼ੀ ਨਾਲ ਦੱਸਦੇ ਨੇ ਕਿ ਜੱਟ ਦੀ ਅੱਖ ਲਾਲ ਐਂਡ ਐਵਰੀਥਿੰਗ, ਕਿ ਹਾਂ ਨਸ਼ਾ ਕਰੋ। ਤੇ ਛੋਟੇ ਬੱਚਿਆਂ ਦੇ ਉੱਤੇ ਤਾਂ ਉਹਦਾ ਤਾਂ ਅਸਰ ਪੈਣਾ ਹੀ ਪੈਣਾ ਆ। ਮੋਸਟ ਆਫ ਦੀ ਸੈਕਸ ਵਰਕਰਸ ਨੂੰ, ਉਹਨਾਂ ਵਿੱਚੋਂ ਅਗਰ ਤੁਸੀਂ 99% ਨਾਲ ਗੱਲ ਕਰੋਗੇ, ਉਹਨਾਂ ਵਿੱਚੋਂ ਕਿਸੇ ਨੂੰ ਨਹੀਂ ਚਾਹੀਦਾ ਕਿ ਉਹ ਨਸ਼ਾ ਛੱਡਣ, ਕਿਉਂਕਿ ਨਸ਼ਾ ਹੀ ਉਹਨਾਂ ਦਾ ਕੰਮ ਆਸਾਨ ਕਰਦਾ। ਦ ਕਾਈਂਡ ਆਫ ਫੀਲਡ ਦੇ ਆਰ ਇਨ। ਨਸ਼ਾ ਨੂੰ ਲੈ ਕੇ ਅੱਜ ਵੀ ਜਦੋਂ ਗੱਲ ਹੁੰਦੀ ਹੈ ਤਾਂ ਆਮ ਤੌਰ ਤੇ ਦੇਖਦੇ ਹਾਂ ਕਿ ਮੁੰਡਿਆਂ ਨੂੰ ਬਚਾਇਆ ਜਾਵੇ, ਸਾਡੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾਵੇ। ਜ਼ਿਕਰ ਹੁਣ ਜੇ ਕਹੀਏ ਸਮਾਂ ਬਦਲ ਰਿਹਾ ਹੈ, ਔਰਤ ਜਿੱਥੇ ਕਹਿੰਦੇ ਆ ਕਿ ਮਰਦ ਦੇ ਹਰ ਕੰਧੇ ਨਾਲ ਕੰਧਾ ਮਿਲਾ ਕੇ ਚੱਲਦੀ ਹੈ, ਤਾਂ ਨਸ਼ਿਆਂ 'ਚ ਵੀ ਘੱਟ ਨਹੀਂ। ਹਾਲਾਂਕਿ ਜ਼ਿਕਰ ਹੁੰਦੇ ਨੇ, ਪਰ ਇਹਦੇ ਤੇ ਠੋਸ ਤੌਰ ਤੇ ਕਿ ਹਾਂ ਕੁੜੀਆਂ ਹੈਗੀਆਂ ਨੇਗੀਆਂ, ਕਿੰਨੀਆਂ ਕੁ ਨੇ, ਕਿੱਥੋਂ ਆਈਆਂ ਨੇ, ਤਾਂ ਉਹ ਤਮਾਮ ਸਵਾਲ ਅਜੇ ਵੀ ਰਹਿ ਜਾਂਦੇ ਨੇ। ਪਰ ਉਹ ਸਵਾਲਾਂ ਦਾ ਜਵਾਬ ਉਦੋਂ ਆਉਂਦਾ ਜਦੋਂ ਇਹਨਾਂ ਦੇ ਉੱਤੇ ਕੋਈ ਰਿਸਰਚ ਜਾਂ ਸਟੱਡੀ ਹੁੰਦੀ ਆ। ਸਾਡੇ ਨਾਲ ਅਭਿਜੀਤ ਢਿੱਲੋਂ ਹੈਗੇ ਨੇ, ਉਹਨਾਂ ਨੇ ਇਹ ਸਟੱਡੀ ਕੀਤੀ ਪੂਰੀ, ਖੁਦ ਜਾ ਕੇ ਗੱਲਬਾਤ ਕਰੀ, ਤਾਂ ਜੋ ਗੱਲਬਾਤ ਦੇ ਕੁਝ ਅੰਸ਼ ਜਾਣਨ ਦੀ ਅਸੀਂ ਵੀ ਕੋਸ਼ਿਸ਼ ਕਰਾਂਗੇ ਤਾਂ ਕਿ ਪਤਾ ਲੱਗ ਸਕੇ ਕਿ ਸਿਰਫ ਇਹ ਗੱਲਾਂ ਨਹੀਂ ਬਲਕਿ ਚਿੰਤਨ ਦੀ ਜਿਹੜੀ ਹੈ ਘੜੀ ਆ ਚੁੱਕੀ ਹੈਗੀ ਹੈ, ਕਿਉਂਕਿ ਸ਼ਾਇਦ ਮਾਮਲਾ ਕਿਤੇ ਨਾ ਕਿਤੇ ਵੱਧਦਾ ਹੋਇਆ ਦਿਖਾਈ ਦੇ ਰਿਹਾ। ਅਭਿਜੀਤ, ਦੇਖਿਆ ਜਾਵੇ ਗੱਲਬਾਤ ਹੁੰਦੀ ਆ ਸੋਸਾਇਟੀ 'ਚ, ਕਹਿੰਦੇ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ, ਨਸ਼ਿਆਂ 'ਚ ਵੀ ਹੋ ਜਾਂਦੀ ਆ। ਪਰ ਨਸ਼ਿਆਂ ਨੂੰ ਲੈ ਕੇ ਸਾਡੇ ਜੇ ਕਹੀਏ ਪੰਜਾਬ ਦਾ ਜਿਹੜਾ ਸਮਾਜਿਕ ਸਿਸਟਮ ਹੈ ਜਾਂ ਕਹੀਏ ਕਿ ਸਮਾਜਿਕ ਗੱਲਬਾਤ ਹੈ, ਉਹ ਜ਼ਿਆਦਾ ਹੋ ਨਹੀਂ ਪਾਉਂਦੀ ਹੈਗੀ। ਜੇ ਮੈਂ ਕਿਸੇ ਕੁੜੀ ਨੂੰ ਪੁੱਛਣਾ ਚਾਹਾਂ ਤਾਂ ਸ਼ਾਇਦ ਪੁੱਛ ਨਹੀਂ ਸਕਦਾ ਹੈਗਾ, ਕਿਉਂਕਿ ਉਹਦੇ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ। ਤੁਸੀਂ ਸਟੱਡੀ ਕੀਤੀ, ਕੀ ਸੋਚਿਆ ਸੀ ਪਹਿਲਾਂ ਤੇ ਕੀ ਹੈਰਾਨੀਜਨਕ ਰਿਹਾ ਇਹਦੇ ਵਿੱਚ? ਸਰ ਮੈਂ ਇੱਕ ਵੂਮਨ ਐਕਟਿਵਿਸਟ ਹੈਗੀ ਹਾਂ ਐਂਡ ਮੈਂ ਵਿਮਨ ਰਾਈਟਸ ਦੇ ਲਈ ਆਪਣੀ ਤਰਫ ਤੋਂ ਕਾਫੀ ਕੁਝ ਕਰਦੀ ਹਾਂ। ਤਾਂ ਜਦ ਮੈਂ ਇਹ ਆਪਣਾ ਸਟੱਡੀ ਦਾ ਟੌਪਿਕ ਲਿੱਤਾ ਤੇ ਮੈਂ ਇਹੀ ਸੋਚ ਕੇ ਲਿੱਤਾ ਸੀਗਾ ਕਿ ਜ਼ਿਆਦਾ ਇਹਦੇ ਬਾਰੇ ਗੱਲ ਨਹੀਂ ਹੁੰਦੀ ਤਾਂ ਕਿਉਂ ਨਹੀਂ ਇਹਦੇ ਬਾਰੇ ਕੀਤੀ ਜਾਵੇ। ਤੇ ਵਾਟ ਆਈ ਹੈਵ ਰਿਅਲਾਈਜ਼ਡ ਕਿ ਸਰ ਜੋ ਸਾਨੂੰ ਦਿਖ ਰਿਹਾ ਆ, ਜੋ ਹੈ ਉਸ ਤੋਂ ਕਈ ਜ਼ਿਆਦਾ ਇਹ ਸੀਰੀਅਸ ਪ੍ਰੋਬਲਮ ਹੈਗੀ ਆ ਐਂਡ ਇਟ ਹੈਜ਼ ਦੀ ਅਬਿਲਿਟੀ ਟੂ ਇੰਪੈਕਟ ਅ ਲੋਟ ਆਫ ਪੀਪਲ, ਦੀ ਇੰਟਾਇਰ ਸੋਸਾਇਟੀ, ਅਗਰ ਅਸੀਂ ਉਸ ਹਿਸਾਬ ਨਾਲ ਦੇਖੀਏ। ਤੇ ਹੈਰਾਨੀਜਨਕ ਗੱਲਾਂ ਪਤਾ ਚੱਲੀਆਂ ਸਰ, ਤੇ ਕੁਝ ਇੰਦਾ ਦੀ ਵੀ ਸਾਈਕੋਲੋਜੀਕਲ, ਸੋਸ਼ੀਓਲੋਜੀਕਲ, ਸਾਰੇ ਉਹਨਾਂ ਨੂੰ ਮੈਂ ਅੰਦਰ ਮੱਦੇਨਜ਼ਰ ਰੱਖਦੇ ਹੋਏ ਇਹ ਸਟੱਡੀ ਆਪਣੀ ਕੀਤੀ ਆ। ਤਾਂ ਪੰਜਾਬ ਦੇ ਵਿੱਚ ਸਰ 22 ਡਿਸਟ੍ਰਿਕਟਸ ਨੇ, ਜਿਨ੍ਹਾਂ ਵਿੱਚੋਂ 31 ਡੀ ਐਡਿਕਸ਼ਨ ਸੈਂਟਰਸ ਨੇ। ਉਹਨਾਂ ਵਿੱਚੋਂ ਸਿਰਫ ਇੱਕ ਆ ਸਰ ਜੋ ਕਿ ਕੁੜੀਆਂ ਦੇ ਲਈ ਔਰ ਵਿਮਨ ਸੈਂਟਰਿਕ ਹੈਗਾ ਆ। ਇਟ ਇਜ਼ ਨਵਕਿਰਨ ਡੀ ਐਡਿਕਸ਼ਨ ਸੈਂਟਰ ਐਟ ਕਪੂਰਥਲਾ। ਉਹਦੇ ਇੰਚਾਰਜ ਨੇ ਡਾਕਟਰ ਸੰਦੀਪ ਭੋਲਾ। ਹੀ ਵਾਜ਼ ਵੈਰੀ ਕਾਈਂਡ। ਉਹਨਾਂ ਨੇ ਮੈਨੂੰ ਹੀ ਲੈਟ ਮੀ ਇੰਟਰਵਿਊ ਦ ਵਿਮਨ ਦੇਅਰ ਐਂਡ ਆਲਸੋ ਸੀ ਦ ਫੰਕਸ਼ਨਿੰਗ ਆਫ ਦੀ ਸੈਂਟਰ ਦੇਅਰ। ਤੇ ਵਾਟ ਆਈ ਰਿਅਲਾਈਜ਼ਡ ਸਰ ਕਿ ਚਾਹੇ ਉੱਥੇ ਲੇਡੀਜ਼ ਘੱਟ ਸੀਗੀਆਂ, ਬਟ ਇਟ ਸ਼ੁੱਡ ਨਾਟ ਬੀ ਐਨ ਇੰਡੀਕੇਸ਼ਨ ਕਿ ਸ਼ਾਇਦ ਉੱਥੇ ਨਸ਼ਾ ਹੈ ਨਹੀਂ, ਕਿਉਂਕਿ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਮੈਂ ਰਿਅਲਾਈਜ਼ ਕੀਤਾ ਉੱਥੇ ਜ਼ਿਆਦਾਤਰ ਲੇਡੀਜ਼ ਵਰ ਇਨਟੂ ਚਿੱਟਾ। ਚਿੱਟਾ ਇੱਕ ਮੈਂ ਕਿਵੇਂ ਤੁਹਾਨੂੰ ਅਨਰਿਫਾਈਨਡ ਫਾਰਮ ਆਫ ਹੈਰੋਇਨ ਆ, ਤੇ ਇਹ ਹੈਰੋਇਨ ਦੀ ਮੋਸਟਲੀ ਸਪਲਾਈ ਆਉਂਦੀ ਆ ਅਫਗਾਨਿਸਤਾਨ ਤੋਂ। ਅਫਗਾਨਿਸਤਾਨ ਕਹਿੰਦੇ ਆ ਵਰਲਡ ਦੇ ਵਿੱਚ 90% ਆਫ ਓਪੀਅਮ ਪ੍ਰੋਡਿਊਸ ਕਰਦਾ ਆ। ਤੇ ਕਿਉਂਕਿ ਅਸੀਂ ਬਾਰਡਰ ਦੇ ਵਿੱਚ ਆ, ਸਾਡੀ ਡਿਸਟ੍ਰਿਕਟ ਵੀ ਕਪੂਰਥਲਾ ਤੇ ਪੰਜਾਬ ਵੀ ਬਾਰਡਰ ਸਟੇਟ ਆ, ਤੇ ਵਾਇਆ ਪਾਕਿਸਤਾਨ ਅ ਲੋਟ ਆਫ ਇਹ ਡਰੱਗ ਆਂਦਾ ਆ। ਤੇ ਇਹ ਕਾਰਨ ਜਿਹੜੇ ਲੇਡੀਜ਼ ਦੇ ਸੀਗੇ ਉਹ
ਭਿੰਨ ਤਰੀਕੇ ਦੇ ਵੱਖ-ਵੱਖ ਤਰੀਕੇ ਦੇ ਸੀਗੇ, ਜਿਹਦੇ ਵਿੱਚੋਂ ਬਚਪਨ ਦੇ ਵਿੱਚ ਕੀਤੀ ਗਈ ਉਹਨਾਂ ਨਾਲ ਕੋਈ ਟਰਾਮਾ ਜਾਂ ਕੋਈ ਸੈਕਸ਼ੂਅਲ ਹਰਾਸਮੈਂਟ ਹੋਈ। ਪ੍ਰੈਜ਼ੈਂਟ ਫਾਰਮ 'ਚ ਦੇਖੀਏ ਅਗਰ ਉਹਨਾਂ ਨੂੰ ਕੀ ਕਹਿੰਦੇ ਨੇ ਬੇਰੁਜ਼ਗਾਰੀ ਤੇ ਹੋਰ ਘਰੇ ਵਾਇਲੈਂਸ, ਇੰਟੀਮੇਟ ਪਾਰਟਨਰ ਵਾਇਲੈਂਸ, ਡੋਮੈਸਟਿਕ ਵਾਇਲੈਂਸ, ਇਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਫੋਰਸ ਕੀਤਾ, ਜਿੰਨੀ ਕੁ ਮੇਰੀ ਸਟੱਡੀ ਸੀਗੀ ਗਵਰਨਮੈਂਟ ਉਹਦੀ, ਕਿ ਉਹ ਜਾ ਕੇ ਡਰੱਗਸ ਜੋ ਕਿ ਚਿੱਟਾ ਹੈ ਉਹ ਲੈਣ। ਜਿਨ੍ਹਾਂ ਨਾਲ ਤੁਹਾਡੀ ਗੱਲ ਹੋਈ ਪਹਿਲਾਂ ਆਪਾਂ ਨੂੰ ਇਹ ਰਹਿੰਦਾ ਜਾਣਨ ਕਰਨੀ ਕਿ ਸੋਰਸ ਕੀ ਰਿਹਾ ਉਹਨਾਂ ਦਾ, ਉਹਨਾਂ ਤੱਕ ਨਸ਼ਾ ਪਹੁੰਚਿਆ ਕਿਵੇਂ, ਕਿ ਦੋਸਤ ਮਿੱਤਰਾਂ ਰਾਹੀਂ ਜਾਂ ਖੁਦ ਉਹਨਾਂ ਦੀ ਇੱਕ ਕੋਸ਼ਿਸ਼ ਸੀ ਕਿ ਜਿਵੇਂ ਦਰਦ ਦੀ ਗੱਲ ਆ ਜਾਂਦੀ ਹੈ ਜਾਂ ਆਪਦੇ ਗਮ ਛੁਪਾਉਣ ਦੀ ਗੱਲ ਆ ਜਾਂਦੀ ਹੈ, ਕਿ ਉਸ ਵਾਸਤੇ ਉਹਨਾਂ ਤੱਕ ਪਹੁੰਚ ਹੋਈ ਉਹਦੀ? ਸਰ ਇਹਦੇ ਅਲੱਗ-ਅਲੱਗ ਉਹ ਨੇ। ਮੋਸਟ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਮੋਸਟ ਆਫ ਦੀ ਲੇਡੀਜ਼ ਹੂ ਵਰ ਇੰਟਰੋਡਿਊਸਡ ਟੂ ਹੈਰੋਇਨ ਵਾਇਆ देयर ਹਸਬੈਂਡਸ, ਬॉयਫ੍ਰੈਂਡਸ, ਦੋਸਤ ਮਿੱਤਰ। ਤੇ ਸਪਲਾਈ ਤਾਂ ਸਰ ਅਸੀਂ ਦੇਖੀਏ ਅਗਰ ਪੰਜਾਬ ਇੱਕ ਸਟੇਟ ਆ, ਬਾਰਡਰ ਸਟੇਟ, ਉੱਤੇ ਸਪਲਾਈ ਦਾ ਤਾਂ ਕੋਈ ਉਹ ਨਹੀਂ ਹੈਗਾ, ਸਪਲਾਈ ਪੂਰੀ ਆ ਰਹੀ ਆ। ਹੁਣ ਲੈਣ ਵਾਲੇ ਵੀ ਬੈਠੇ ਨੇ ਕਿਉਂਕਿ ਦੁਨੀਆ ਦੀ ਸਾਰੀ ਅਨਇੰਪਲੋਇਮੈਂਟ ਹੋ ਗਿਆ ਤੇ ਹੋਰ ਸਾਰੀ ਚੀਜ਼ਾਂ ਦੇ ਕਰਕੇ, ਤੇ ਦੋਸਤ ਮਿੱਤਰਾਂ ਦੇ ਥਰੂ ਹੀ ਜਿੰਨਾ ਮੇਰੇ ਸਟੱਡੀ 'ਚ ਜਿੰਨੇ ਮੈਂ ਕੁੜੀਆਂ ਦੇ ਨਾਲ ਇੰਟਰਵਿਊ ਕੀਤੀ ਉਹ ਵਾਇਆ ਦੋਸਤ ਮਿੱਤਰ ਹੀ ਉਹਦੇ ਵਿੱਚ ਦੋਸਤ ਮਿੱਤਰਾਂ ਨੇ ਕੀ ਉਹਦੇ ਫਾਇਦੇ ਨੁਕਸਾਨ ਦਿਖਾਏ ਉਹਨਾਂ ਨੂੰ, ਜਾਂ ਫਿਰ ਉਹਨਾਂ ਨੂੰ ਦੱਸਿਆ ਕਿ ਤੈਨੂੰ ਇਹ ਤਕਲੀਫ ਹੈ, ਤੈਨੂੰ ਇਹ ਪਰੇਸ਼ਾਨੀ ਹੈ, ਇਹਦੇ ਨਾਲ ਹਟ ਜਾਏਗੀ? ਕੋਈ ਦੱਸਿਆ ਉਹਨਾਂ ਨੇ? ਕਿ ਕਿਉਂਕਿ ਫਸਟ ਸਿਪ ਕਿਸੇ ਵੀ ਚੀਜ਼ ਦਾ ਹੋਵੇ ਆਪਾਂ ਉਹਨੂੰ ਕੋਈ ਸੋਚ ਕੇ ਲੈਂਦੇ ਹਾਂ ਵੀ ਇਹਦਾ ਫਾਇਦਾ ਹੋ ਜੂ, ਨੁਕਸਾਨ ਹੋ ਜੂ, ਸਾਨੂੰ ਸ਼ਾਇਦ ਇਹਦੀ ਜ਼ਰੂਰਤ ਹੈ ਸਾਡੇ ਸਰੀਰ ਨੂੰ। ਸਰ ਇੱਕ ਜਿਹੜੀ ਮੈਂ 2-3 ਕੁੜੀਆਂ, ਐਕਚੁਅਲੀ ਨਾਟ ਈਵਨ ਇੱਕ, 2-3 ਕੁੜੀਆਂ ਨੇ ਦੱਸਿਆ ਸੀ ਉਹਨਾਂ ਦੇ ਘਰੇ ਮਾਂ-ਬਾਪ ਲੜਦੇ ਰਹਿੰਦੇ ਸੀਗੇ, ਉਹਨਾਂ ਨੇ ਕੁਝ ਦੇਖੀਆਂ ਚੀਜ਼ਾਂ ਜੋ ਉਹਨਾਂ ਨੂੰ ਨਹੀਂ ਦੇਖਣੀਆਂ ਸੀ ਚਾਹੀਦੀਆਂ, ਤੇ ਉਸ ਚੱਕਰ 'ਚ ਉਹਨਾਂ ਦੇ ਦੋਸਤਾਂ ਨੇ ਕਿਹਾ ਹਾਲੇ ਤੂੰ ਇਹ ਟਰਾਈ ਕਰਕੇ ਦੇਖ, ਤੈਨੂੰ ਵਧੀਆ ਲੱਗੇਗਾ। ਉਹਨਾਂ ਨੇ ਕੀਤਾ ਤੇ ਉਹਨਾਂ ਨੂੰ ਸੱਚੀ ਵਧੀਆ ਲੱਗਿਆ। ਇੱਕ ਵਾਰੀ ਵਧੀਆ ਲੱਗਦਾ ਆ। ਇੱਕ ਲੇਡੀ ਸੀਗੇ, ਉਹ ਘਰੇ ਕਿਸੇ ਦੇ ਕੰਮ ਕਰਦੇ ਸੀਗੇ, ਉਹਨਾਂ ਕੋਲ એનર્ਜੀ ਨਹੀਂ ਫੀਲ ਹੁੰਦੀ ਸੀਗੀ, ਉਹਨਾਂ ਨੇ ਚਿੱਟਾ ਲਿੱਤਾ, ਉਹਨਾਂ ਨੂੰ ਲੱਗਿਆ ਕਿ ਮੈਂ ਤਾਂ ਹੁਣ ਬਹੁਤ ਕੰਮ ਕਰ ਲੂੰਗੀ, ਇੰਨਾ ਪੈਸਾ, ਮਤਲਬ ਅਗਰ ਮੇਰੇ ਕੋਲ એનર્ਜੀ ਆ, ਤੇ ਉਹਨਾਂ ਨੇ ਉਸ ਹਿਸਾਬ ਨਾਲ ਡਰੱਗਸ ਦੀ ਵਾਇਆ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ। ਤੇ ਸਰ ਡਰੱਗ ਪੈਡਲਰਸ ਹੁੰਦੇ ਨੇ ਜੋ ਕਿ ਇੰਟਰੋਡਿਊਸ ਕਰਦੇ ਨੇ। ਇਹਦੇ ਨਾਲ ਸਰ ਇੱਕ ਬਹੁਤ ਜਿਹੜੀ ਡਿਫਰੈਂਟ ਕਾਈਂਡ ਆਫ ਉਹ ਹੈਗੀ ਆ ਜੋ ਆਈ ਥਿੰਕ ਕੋਈ ਜ਼ਿਆਦਾ ਗੱਲ ਨਹੀਂ ਕਰਦਾ, ਉਹ ਆ ਸੈਕਸ ਵਰਕ ਦੀ ਐਂਡ ਪ੍ਰੋਸਟੀਟਿਊਸ਼ਨ ਦੀ। ਸੋ ਇਹ ਬਹੁਤ ਇੰਟੀਮੇਟਲੀ ਕਨੈਕਟਡ ਨੇ। ਤੇ ਜਦ ਅਸੀਂ ਗੱਲ ਕਰਦੇ ਹਾਂ ਡਰੱਗਸ ਦੀ ਤੇ ਸੈਕਸ ਵਰਕ ਦੀ, ਉਹਨਾਂ ਲਈ ਸੈਕਸ ਵਰਕਰਸ ਲਈ, ਲੇਡੀਜ਼ ਦੇ ਲਈ ਡਰੱਗਸ ਆਰ ਇੰਪੋਰਟੈਂਟ ਬਿਕੋਜ਼ ਦੇ ਹੈਲਪ them ਟੂ ਨੰਬ ਦੇਅਰ ਪੇਨ। ਉਹ ਜਿੰਦਾ ਦਾ ਕੰਮ ਕਰ ਰਹੀਆਂ ਆ ਉਹਦੇ ਲਈ ਉਹਨਾਂ ਨੂੰ ਡਰੱਗਸ ਦੀ ਲੋੜ ਪੈ ਜਾਂਦੀ ਆ। ਤਾਂ ਉਸ ਹਿਸਾਬ ਨਾਲ ਡਰੱਗਸ ਆ ਦੇਅਰ ਵੇ ਆਊਟ, ਤੇ ਇਸ ਲਈ ਉਹ ਛੱਡਣਾ ਵੀ ਨਹੀਂ ਚਾਹੁੰਦੇ ਕਿਉਂਕਿ ਇਹ ਚਾਹੁੰਦੇ ਨੇ ਉਹ ਕਰਨ ਨੂੰ। ਤੇ ਬਾਕੀ ਰਹਿੰਦੇ ਜਿਹੜੇ ਹੋਰ ਜੋ ਕਿਵੇਂ ਵੜਦੇ ਕਿਵੇਂ ਆ ਲੇਡੀਜ਼, ਉਹਨਾਂ ਨੂੰ ਕੋਈ ਇੱਕ ਵਾਰੀ ਟਰਾਈ ਕਰਾ ਦਿੰਦਾ ਆ। ਹੁਣ ਸਰ ਨਸ਼ਾ ਚਾਹੇ ਅਗਰ ਅਸੀਂ ਚਿੱਟਾ ਦੇਖੀਏ ਕੰਪੈਰੀਟਿਵ ਟੂ ਹੈਰੋਇਨ ਐਂਡ ਅਦਰ ਕੋਕੇਨ ਇੰਨਾ ਮਹਿੰਗਾ ਨਹੀਂ ਆ, ਪਰ ਹੈ ਤਾਂ ਫਿਰ ਵੀ ਪੈਸੇ ਲੱਗਦੇ ਨੇ। ਤੇ ਆਈ ਡੋਂਟ ਥਿੰਕ ਸੋ ਘਰੇ ਸਾਫ਼ ਸਫਾਈ ਕਰਕੇ ਲੋਕਾਂ ਦੀ ਉਹ ਪੂਰੀ ਹੁੰਦੀ ਹੋਊਗੀ, ਤੇ ਉਹ ਇਸ ਲਈ ਵੀ ਸੈਕਸ ਵਰਕਸ 'ਚ ਲੇਡੀ ਵੜ ਜਾਂਦੀਆਂ ਆ ਕਿ ਆਪਣਾ ਨਸ਼ੇ ਦੀ ਵੀ ਪੂਰੀ ਕਰਨ, ਕਿਉਂਕਿ ਪੈਸਾ ਵੀ ਕੰਪੈਰੀਟਿਵਲੀ ਜ਼ਿਆਦਾ ਹੁੰਦਾ ਆ। ਯਾਨੀ ਕਿ ਨਸ਼ੇ ਨਾਲ ਸਿਰਫ ਇਹ ਨਹੀਂ ਹੈਗਾ ਕਿ ਉਹਨਾਂ ਨੇ ਆਪਣੀ ਸਿਹਤ ਖਰਾਬ ਕਰ ਲਈ, ਨਸ਼ੇ ਦੇ ਐਡਿਕਟ ਹੋ ਗਏ, ਬਲਕਿ ਨਸ਼ੇ ਦੇ ਨਾਲ ਨਾਲ ਉਹ ਜਿਹੜਾ ਇੱਕ ਆਪਣਾ ਸਿੰਪਲੀ ਕੰਮਕਾਜ ਕਰਦੇ ਸੀਗੇ ਤਾਂ ਦੂਸਰੇ ਪਾਸੇ ਸੈਕਸ ਵਰਕਰ ਤੱਕ ਬਣ ਚੱਕ ਚਲੇ ਗਏ। ਯਾਨੀ ਕਿ ਉਹ ਇੱਕ ਹੋਰ ਐਡਿਕਸ਼ਨ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ, ਜਿਹੜੀ ਕਿ ਸਮਾਜਿਕ ਤੌਰ ਤੇ ਵੀ ਗਲਤ ਹੈ ਤੇ ਸ਼ਾਇਦ ਉਹ ਵੈਸੇ ਵੀ ਕਾਨੂੰਨੀ ਰੂਪ 'ਚ ਵੀ ਗਲਤ ਆ। ਹਾਂਜੀ ਸਰ ਆਈ ਥਿੰਕ ਇਹੀ ਵਨ ਆਫ ਦੀ ਫਲॉज ਵਿਚ ਸਾਰੀ ਕੰਟਰੀਜ਼ ਨਾਟ ਈਵਨ ਇੰਡੀਆ ਫੇਸ ਇਸ ਕਿ ਅਸੀਂ ਕੀ ਕਰਦੇ ਹਾਂ, ਅਸੀਂ ਡਰੱਗ ਐਡਿਕਸ਼ਨ ਨੂੰ ਅਸੀਂ ਕ੍ਰਾਈਮ ਦੀ ਤਰੀਕੇ ਨਾਲ ਦੇਖਦੇ ਹਾਂ। ਜੇ ਅਸੀਂ ਕਿਸੇ ਵੀ ਚੀਜ਼ ਨੂੰ ਕ੍ਰਾਈਮ ਦੀ ਤਰੀਕੇ ਨਾਲ ਦੇਖਦੇ ਹਾਂ ਤੇ ਅਸੀਂ ਉਹਦੇ ਵਿੱਚ ਇੱਕ ਡੈਟਰੈਂਸ ਮਾਡਲ ਹੁੰਦਾ ਕ੍ਰਿਮੀਨਲ ਜਸਟਿਸ ਸਿਸਟਮ ਦਾ, ਜਿਹਦੇ ਵਿੱਚ ਅਸੀਂ ਨਸ਼ਾ ਰੋਕੋ, ਨਸ਼ਾ ਮੁਕਤ ਭਾਰਤ, ਨਸ਼ਾ ਮੁਕਤ ਦੁਨੀਆ, ਇਹ ਵਿੱਚ ਰੱਖ, ਜਿਹਦੇ ਵਿੱਚ ਕਹਿੰਦੇ ਆ ਜ਼ੀਰੋ ਸਮ ਗੇਮ ਆ ਕਿ ਜਾਂ ਤਾਂ ਹਾਂ ਜਾਂ ਤਾਂ ਨਾ। ਪਰ ਦੇਖਿਆ ਜਾਏ ਜਿਹੜਾ ਨਸ਼ਾ ਆ ਉਹ ਇੱਕ ਕ੍ਰੋਨਿਕ ਡਿਜ਼ੀਜ਼ ਆ। ਕ੍ਰੋਨਿਕ ਡਿਜ਼ੀਜ਼ ਦਾ ਮਤਲਬ ਕਿ ਇਹ ਨਹੀਂ ਆ ਕਿ ਅੱਜ ਤਾਂ ਮੈਨੂੰ ਬੁਖਾਰ ਹੋਇਆ ਮੈਂ ਦਵਾਈ ਖਾਈ ਮੈਂ ਠੀਕ ਹੋ ਗਈ। ਇਹ ਪੂਰੇ ਇਹਦੇ ਰਿਲੈਪਸਿਸ ਦੇ ਚਾਂਸ ਉਨੇ ਹੀ ਜ਼ਿਆਦਾ ਨੇ ਜਿੰਨਾ ਕਿ ਹੋਣ ਦੇ ਚਾਂਸਸ ਨੇ। ਤੇ ਜੇ ਅਸੀਂ ਇਹਨੂੰ ਉਸ ਹਿਸਾਬ ਨਾਲ ਦੇਖਦੇ ਹਾਂ ਪੂਰੇ ਨਸ਼ੇ ਦੇ ਉਹਨੂੰ, ਤੇ ਸਾਨੂੰ ਰਾਦਰ ਦੈਨ ਕ੍ਰਿਮੀਨਲਾਈਜ਼ਿੰਗ ਦੀ ਇੰਟਾਇਰ ਥਿੰਗ, ਆਈ ਥਿੰਕ ਦੇਰ ਇਜ਼ ਅ ਮੋਰ ਡਿਫਰੈਂਟ ਮਾਡਲ ਨੀਡਡ। ਜਿਵੇਂ ਕਾਫੀ ਕੰਟਰੀਜ਼ ਨੇ ਯੂਰਪ ਦੇ ਵਿੱਚ, ਪੋਰਟੁਗਲ ਫॉर दैट ਐਗਜ਼ਾਮਪਲ, ਉਹਨਾਂ ਨੇ 2000 ਦੇ ਵਿੱਚ ਇੱਕ ਸਟੱਡੀ ਇੱਕ ਐਕਸਪੈਰੀਮੈਂਟ ਕੀਤਾ। ਉਹਨਾਂ ਨੇ ਜਿਹੜੀ ਉਹਨਾਂ ਦੀ ਡਰੱਗ ਸਿਸਟਮ ਸੀਗਾ ਉਹਨੂੰ ਰਾਦਰ ਦੈਨ ਮੇਕਿੰਗ ਇਟ ਕ੍ਰਿਮੀਨਲ, ਉਹਨੂੰ ਇੱਕ ਸਿਵਲ ਅਫੈਂਸ ਕਰਤਾ। ਉਹਦੇ ਵਿੱਚ ਕੀ ਕਰਦੇ ਸੀ, ਜਿਹੜੇ ਲੋਕੀ ਡਰੱਗਸ ਲੈਂਦੇ ਸੀਗੇ ਉਹਨਾਂ ਨੂੰ ਜੇਲ੍ਹ ਜੂਲ ਪਾਉਣ ਤੋਂ ਅੱਛਾ ਜਾਂ ਮਾਰ ਪਟਾਈ ਕਰਕੇ ਕਿ ਤੁਸੀਂ ਛੱਡੋ, ਉਹਨਾਂ ਨੂੰ ਇੱਕ ਡਿਫਰੈਂਟ ਵੇ ਆਫ ਕਿ ਉਹਨਾਂ ਦੀ ਵੇ ਲਾਈਫ ਰਿਹੈਬਿਲਿਟੇਟ ਬੈਟਰ ਕੀਤਾ। ਤੇ ਉਹਦੇ ਕਰਕੇ ਉਹਨਾਂ ਦੇ HIV HCV ਦੇ ਰੇਟਸ ਘਟੇ, ਡਰੱਗ ਐਡਿਕਸ਼ਨ ਘਟਿਆ। ਸੋ ਦੈਟ ਇਜ਼ ਵਨ ਮਾਡਲ ਵਿਚ ਵੀ ਕੁਡ ਅਪਲਾਈ ਇਨ ਆਰ ਕੰਟਰੀ ਐਜ਼ ਵੈਲ।
ਪਰ ਉਹੀ ਸਰ ਸਾਡੀ ਸੋਸਾਈਟਲ ਬੈਰੀਅਰਸ ਇੰਨੇ ਨੇ ਕਿ ਵੀ ਕੈਨ ਨਾਟ ਸੀ ਅ ਡਰਗ ਅਡਿਕਟ ਵੂਮਨ ਔਰ ਅ ਮੈਨ ਐਜ਼ ਅ ਵਿਕਟਮ, ਵੀ ਰਾਦਰ ਵੁੱਡ ਲਾਈਕ ਟੂ ਸੀ them ਐਜ਼ ਅ ਕ੍ਰਿਮੀਨਲ। ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹਦੇ ਵਿੱਚ ਗੱਲਬਾਤ ਕਰੀ, ਕੁੜੀਆਂ ਨਾਲ ਜਦੋਂ ਗੱਲਬਾਤ ਕਰੀ, ਹਾਂਜੀ। ਉਹਦੇ ਵਿੱਚ ਦੇਖਿਆ ਜਾਵੇ HIV ਤੇ HCV ਜੇ ਕਹੀਏ ਕਿ ਵੱਡਾ ਕਾਰਨ ਫੈਲਣ ਦਾ ਇਹੀ ਹੈ ਕਿ ਡਰਗ ਦਾ ਵੀ ਇੱਕ ਕਾਰਨ ਹੈਗਾ ਉਹਦਾ ਸਭ ਤੋਂ ਵੱਡਾ, ਕਿ ਆਖਰਕਾਰ ਬੇਸ਼ੱਕ ਤਾਂ ਉਹ ਇੰਜੈਕਸ਼ਨ ਲਗਾਉਣ ਜਾਂ ਫਿਰ ਇੱਕ ਤੋਂ ਜ਼ਿਆਦਾ ਲੋਕਾਂ ਨਾਲ ਉਹ ਸੈਕਸ਼ੂਅਲੀ ਆਪਦੇ ਰਿਲੇਸ਼ਨ ਬਣਾ ਲੈਂਦੀਆਂ ਨੇ। ਇਹ ਦੋ ਕਾਰਨ ਆਏ ਉਹਦੇ ਵਿੱਚ ਕਿਤੇ? ਹਾਂਜੀ ਸਰ, this has a definite linking. The entire drug process has a definite linking to HIV HCV। ਅਸੀਂ ਨਹੀਂ ਬਲਕਿ WHO ਸਾਰਿਆਂ ਨੇ ਕਿਹਾ ਆ ਕਿ ਡਰਗ ਤੇ HIV HCV ਤੇ ਹੋਰ ਜਿਹੜੀਆਂ ਵੀ ਬਲੱਡ ਬੌਰਨ ਡਿਜ਼ੀਜ਼ਸ ਉਹ ਰਿਲੇਟਡ ਨੇ, ਸਪੈਸ਼ਲੀ ਇੰਜੈਕਟੇਬਲ ਡਰੱਗਸ ਜਿਹੜੇ ਹੁੰਦੇ ਨੇ ਉਹਦੇ ਨਾਲ ਇਟ ਇਜ਼ ਅ ਕਾਜ਼ ਆਫ ਬੋਥ ਆਫ them ਆਰ ਕਾਜ਼ ਐਂਡ ਅ ਰੀਜ਼ਨ ਆਫ ਈਚ ਅਦਰ। ਇਹ ਕਹਿ ਸਕਦੇ ਹਾਂ ਫਿਰ ਕਿ ਆਖਰ ਜਦੋਂ ਇਹਦੇ ਵਿੱਚ ਕੋਈ ਨਹੀਂ ਰਿਹਾ, ਇੱਕ ਉਮਰ ਨਹੀਂ ਕਹਿ ਸਕਦੇ ਆਪਾਂ ਕਿ ਸਾਰੀ ਉਮਰਾਂ ਹੀ ਇਹਦੇ ਵਿੱਚ ਇਫੈਕਟਡ ਹੋ ਰਹੀਆਂ ਨੇਗੀਆਂ, ਚਾਹੇ ਛੋਟੀ ਬੱਚੀ ਹੈ ਕੋਈ, ਚਾਹੇ ਵੱਡੀ ਬੱਚੀ ਹੈਗੀ, ਜਾਂ ਕਹੀਏ ਛੋਟਾ ਲੜਕਾ ਆ ਜਾਂਦਾ, ਵੱਡਾ ਲੜਕਾ ਆ ਜਾਂਦਾ, ਯਾਨੀ ਕਿ ਉਮਰ ਹਰ ਇੱਕ ਕੋਈ ਇਹਦੇ ਵਿੱਚ ਸ਼ਾਮਲ ਹੋ ਚੁੱਕੀ ਹੈ। ਹਾਂਜੀ ਸਰ, ਇਹਨੇ ਬਹੁਤ ਬੁਰੀ ਤਰੀਕੇ ਨਾਲ ਸਾਡੀ ਸੁਸਾਇਟੀ ਨੂੰ ਚੰਗੁਲ 'ਚ ਲੈ ਲਿਆ ਆ। ਤੇ ਐਸ 18 to 40 ਕਹਿੰਦੇ ਨੇ ਜਿਹੜੀ ਸਟੱਡੀਜ਼ ਹੁੰਦੀਆਂ ਆ ਕਿ ਇਹ ਏਜ ਹੁੰਦੀ ਆ ਜਦ ਜ਼ਿਆਦਾਤਰ ਲੋਕੀ ਡਰੱਗਸ 'ਚ ਜਾਂਦੇ ਨੇ। ਬਟ ਹੁਣ ਤਾਂ ਐਨੀ ਵਿਚ ਵੇਜ਼, ਕਿਉਂਕਿ ਸਭ ਤੋਂ ਪਹਿਲੀ ਗੱਲ ਸਰ, ਅਗਰ ਤੁਸੀਂ ਆਪਣੇ ਗਾਣੇ ਹੀ ਸੁਣ ਲਓ ਪੰਜਾਬੀ ਮੀਡੀਆ ਦੇ, ਅੱਖ ਲਾਲ, ਇਹ ਸਾਰੀਆਂ ਚੀਜ਼ਾਂ ਤੁਸੀਂ ਕੀ ਕਰ ਰਹੇ ਹੋ, ਤੁਸੀਂ ਪਰਪੈਟਰੇਟ ਕਰ ਰਹੇ ਹੋ ਕਿ ਉਹ ਖੁਸ਼ੀ ਨਾਲ ਦੱਸਦੇ ਨੇ ਕਿ ਜੱਟ ਦੀ ਅੱਖ ਲਾਲ ਐਂਡ ਐਵਰੀਥਿੰਗ, ਕਿ ਹਾਂ ਨਸ਼ਾ ਕਰੋ। ਤੇ ਛੋਟੇ ਬੱਚਿਆਂ ਦੇ ਉੱਤੇ ਤਾਂ ਉਹਦਾ ਤਾਂ ਅਸਰ ਪੈਣਾ ਹੀ ਪੈਣਾ ਆ, ਉਹਨਾਂ ਨੇ ਤਾਂ ਉਸ ਨਸ਼ਿਆਂ ਦੇ ਵੱਲ ਜਾਣਾ ਹੀ ਜਾਣਾ ਆ। ਇਹ ਕਲਚਰ, ਸੋਸਾਈਟਲ ਬਹੁਤ ਸਾਰੇ ਰੀਜ਼ਨਸ ਨੇ ਜਿਹਨੂੰ ਸਾਨੂੰ ਫੜਨਾ ਪੈਣਾ ਆ ਅਗਰ ਅਸੀਂ ਚਾਹੁੰਦੇ ਹਾਂ ਆਪਣੇ ਬੱਚਿਆਂ ਦਾ ਭਵਿੱਖ ਵਧੀਆ ਹੋਵੇ। ਇਫ ਯੂ ਵਾਂਟ ਦੈਟ ਵੀ ਨੀਡ ਟੂ ਟੇਕ ਸਟੈਪ ਅਪ। ਤੁਸੀਂ ਗੱਲਬਾਤ ਜਦੋਂ ਉਹਨਾਂ ਨੇ ਨਾਲ ਕਰੀ, ਜ਼ਿਆਦਾਤਰ ਕੀ ਦੇਖਣ ਨੂੰ ਮਿਲਿਆ? ਘਰੋਂ ਹੀ ਉਹਨਾਂ ਨੂੰ ਪਰੇਸ਼ਾਨੀਆਂ ਇੰਨੀਆਂ ਵੱਧ ਗਈਆਂ ਜਾਂ ਉਹ ਬਾਹਰਲੇ ਸਮਾਜਿਕ ਸਿਸਟਮ ਤੋਂ ਵੀ ਪਰੇਸ਼ਾਨ ਨਜ਼ਰ ਆਈਆਂ ਨੇਗੀਆਂ? ਕਿ ਜ਼ਿਆਦਾਤਰ ਜਾਂ ਕਹੀਏ ਕਿ ਘਰੋਂ ਇਨਫੈਕਟਡ ਸੀਗੇ, ਉਹਨਾਂ ਨੂੰ ਲੱਗਿਆ ਕਿ ਯਾਰ ਚਲੋ ਇਹ ਚੀਜ਼ ਲੈ ਲੈਂਦੇ ਆਪਾਂ, ਵਧੀਆ ਹੋ ਜਾਂਦਾ ਜੇ ਸੈਕਸ਼ੂਅਲ ਵਰਕਰਾਂ ਨੂੰ ਛੱਡ ਦਈਏ ਆਪਾਂ ਸਾਈਡ 'ਤੇ। ਸਰ ਜਿੰਨਾ ਮੇਰੀ ਸਟੱਡੀ ਦੇ ਵਿੱਚ ਬੇਸਿਸ ਸੀਗਾ ਉਹਦੇ ਵਿੱਚ ਟਰਾਮਾ ਦੇ ਰਿਹਾ, ਤੁਹਾਨੂੰ ਮੈਂ ਦੱਸਿਆ ਬਚਪਨ ਦੇ ਵਿੱਚ ਕੋਈ ਘਟਨਾਵਾਂ ਘਟੀਆਂ ਹੋਵੇ। ਬਾਕੀ ਅਨਇੰਪਲੋਇਮੈਂਟ ਸਰ, ਕਿ ਕੰਮ ਨਹੀਂ ਮਿਲ ਰਿਹਾ ਜਾਂ ਪੈਸੇ ਨਹੀਂ ਮਿਲ ਰਹੇ, ਘਰ ਦੇ ਵਿੱਚ ਲੜਾਈਆਂ ਝਗੜੇ, ਡੋਮੈਸਟਿਕ ਵਾਇਲੈਂਸ, ਇੰਟੀਮੇਟ ਪਾਰਟਨਰ ਵਾਇਲੈਂਸ, ਅਲੱਗ-ਅਲੱਗ ਤਰੀਕੇ ਦੇ ਕਾਰਨ ਨਿਕਲ ਕੇ ਆਏ ਨੇ ਜਿਹਦੇ ਲਈ ਲੇਡੀਜ਼ ਕੀ ਕਰਦੀਆਂ ਸਰ, ਇਹ ਹਿਊਮਨ ਸਾਈਕੋਲੋਜੀ ਆ ਕਿ ਜਦ ਸਾਨੂੰ ਸਭ ਜਗ੍ਹਾ ਦੁੱਖ ਜਾਂ ਸਭ ਜਗ੍ਹਾ ਸਟਰਗਲ ਕਰਨਾ ਪੈ ਰਿਹਾ ਹੈ ਤਾਂ ਕੋਈ ਇੱਕ ਚੀਜ਼ ਹੋਵੇ ਜੋ ਸਾਨੂੰ ਵਧੀਆ ਫੀਲ ਕਰਾਵੇ। ਤੁਸੀਂ ਵੀ ਮੈਂ ਵੀ, ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਵੀਕ ਆ ਜਾਂ ਕੋਈ ਸਟਰੋਂਗ ਆ ਉਹ ਇੰਦਾ ਕਰ ਰਿਹਾ ਆ। ਇਟ ਇਜ਼ ਜਸਟ ਹਾਊ ਇਟ ਇਜ਼। ਤੇ ਉਹ ਉਸ ਚੱਕਰ ਦੇ ਵਿੱਚ ਦੇ ਐਂਟਰ ਇਨਟੂ ਦਿਸ, ਐਂਡ ਇੱਕ ਵਾਰੀ ਸਰ ਐਂਟਰ ਕਰਨ ਦੀ ਦੇਰ ਆ, ਸਾਨੂੰ ਲੱਗਦਾ ਹੈ ਕਿ ਅਸੀਂ ਸਾਂਭ ਲਾਂਗੇ, ਹਰ ਬੰਦੇ ਨੂੰ ਲੱਗਦਾ ਨਹੀਂ ਸਾਨੂੰ ਕੀ ਹੋਊਗਾ, ਆਪਾਂ ਨੂੰ ਤਾਂ, ਪਰ ਨਹੀਂ। ਇਹ ਜਦ ਤੁਹਾਨੂੰ ਇਹਦੇ ਸਰ ਵਿਡਰੋਲ ਸਿੰਪਟਮਸ, ਰੀਲੈਪਸ ਸਿੰਪਟਮਸ ਸਾਨੂੰ ਖਤਮ ਕਰਕੇ ਰੱਖ ਦਿੰਦਾ ਬੰਦੇ ਨੂੰ ਅੰਦਰੋਂ। ਤੇ ਜਿਹੜੀ ਤੁਸੀਂ ਗੱਲ ਦੱਸ ਰਹੇ ਸੀਗੇ ਕਿ 18 ਸਾਲ ਦੀ ਕੁੜੀ, ਉਹਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਦੇ ਜਿਹੜੇ ਆਪਣੇ ਯਾਰ ਦੋਸਤ ਸੀਗੇ, ਦੋਸਤ ਮਿੱਤਰ ਸੀਗੇ, ਕੋਈ ਜੇ ਕਹੀਏ ਕੋਈ ਬॉयਫ੍ਰੈਂਡ ਹੋਣੇ ਹੈਗੇ, ਤਾਂ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਉਹਨੂੰ ਫਿਰ ਲਾਇਆ ਇਸ ਚੀਜ਼ 'ਚ, ਕਿ ਉਹਦੇ ਕੋਲ ਦੁੱਖ ਸੀ ਕੋਈ ਜਾਂ ਵੈਸੀ ਮਸਤੀ ਦੇ ਵਿੱਚ ਇੱਕ ਬਣਿਆ? ਸਰ ਉਹ ਹੋਸਟਲ 'ਚ ਰਹਿੰਦੀ ਸੀਗੀ, ਉਹਦੇ ਘਰ ਦੇ ਬਹੁਤ ਲੜਦੇ ਹੁੰਦੇ ਸੀਗੇ ਤੇ ਬਚਪਨ 'ਚ ਵੀ ਉਹਨੇ ਕਾਫੀ ਕੁਝ ਦੇਖਿਆ ਸੀ ਤੇ ਉਹਦੇ ਫਰੈਂਡਸ ਨੇ ਸ਼ੁਰੂ ਕੀਤਾ ਹੁੱਕਾ ਜੇ ਛੋਟੇ ਡਰੱਗਸ ਜਿਹੜੇ ਹੁੰਦੇ ਨੇ ਉਹਨਾਂ ਤੋਂ, ਤੇ ਹੌਲੀ ਹੌਲੀ ਕਰਕੇ ਜਦ ਉਹਨੇ 16 ਸਾਲ ਦੀ ਉਮਰ ਤੇ ਸ਼ੁਰੂ ਕਰਤਾ ਸੀ ਡਰੱਗਸ ਲੈਣਾ, ਤੇ ਛੋਟੇ ਡਰੱਗਸ ਤੋਂ ਸ਼ੁਰੂ ਕੀਤਾ ਹੌਲੀ ਹੌਲੀ ਜਦ ਤੱਕ 18 ਦੀ ਆਈ। ਉਹਦਾ ਲਾਸਟ ਡਰੱਗ ਸੀਗਾ, ਕਮਿੰਗ ਫਰਮ ਅ ਵੈਰੀ ਗੁੱਡ ਫੈਮਿਲੀ, ਉਹਦਾ ਲਾਸਟ ਡਰੱਗ ਸੀ ਹੈਰੋਇਨ। ਤੇ ਇਸ ਕੁੜੀ ਲਈ ਵਧੀਆ ਇਹ ਸੀਗਾ ਕਿ ਉਹਦੇ ਪੇਰੈਂਟਸ ਬੜੇ ਸਪੋਰਟਿਵ ਸੀਗੇ, ਉਹਨਾਂ ਨੇ ਉਹਨੂੰ ਭੇਜਿਆ ਤੇ ਉਹਨੂੰ ਕਿਹਾ ਤੂੰ ਕਰ ਸਕਦੀ ਆ। ਉਹ ਆਪ ਪੜ੍ਹੀ ਲਿਖੀ ਸੀਗੀ ਤਾਂ ਉਹਨੂੰ ਸਮਝ ਆ ਗਈ ਕਿ ਹਾਂ ਹੁਣ ਮੈਂ ਫਸ ਗਈ ਆ, ਦਿਸ ਇਜ਼ ਦ ਟਾਈਮ, ਹੁਣ ਮੈਂ ਐਗਜ਼ਿਟ ਕਰਾਂ ਇੱਧਰੋਂ, ਕਿ ਮੈਂ ਨੈਸੈਸਰੀ ਸਟੈਪਸ ਲਵਾਂ ਆਪਣੇ ਉਹਦੇ ਲਈ। ਤੇ ਉਹਦੇ ਵਿੱਚ ਤਾਂ ਇਹੀ ਸੀਗਾ ਉਹਨਾਂ ਦੀ ਕਹਾਣੀ ਦੇ ਵਿੱਚ। ਤਾਂ ਤੇ ਜਿਹੜੇ ਹਿਸਾਬ ਦੇ ਨਾਲ ਕੁੜੀਆਂ ਆਮ ਤੌਰ ਤੇ ਲੱਗ ਜਾਂਦੀਆਂ ਨੇਗੀਆਂ ਜੇ ਕਿਹਾ ਜਾਵੇ, ਉਹ ਤਾਂ ਆਪਾਂ ਦੇਖਦੇ ਹਾਂ ਕਿ ਸਮਾਜਿਕ ਸਿਸਟਮ ਦੇ ਵਿੱਚ ਹੀ ਲੱਗ ਜਾਂਦੀਆਂ ਨੇ। ਸੈਕਸ਼ੂਅਲੀ ਵਰਕਰ ਦੇ ਨਾਲ ਜੋ ਤੁਸੀਂ ਗੱਲਬਾਤ ਕਰੀ, ਉਹ ਛੱਡਣਾ ਚਾਹੁੰਦੀਆਂ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਹਾਂ ਜਿਹੜਾ ਸਾਡਾ ਕਿੱਤਾ ਹੈਗਾ ਉਹ ਕਿੱਤੇ ਦੇ ਵਿੱਚ ਕਿਤੇ ਨਾ ਕਿਤੇ ਇੱਕ ਉਹਦਾ ਪਾਰਟ ਹੈ, ਇਹਨੂੰ ਰੱਖਣਾ ਜ਼ਰੂਰੀ ਹੈਗਾ? ਸਰ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੋਸਟ ਆਫ ਦੀ ਸੈਕਸ ਵਰਕਰਸ ਨੂੰ, ਉਹਨਾਂ ਵਿੱਚੋਂ ਅਗਰ ਤੁਸੀਂ 99% ਨਾਲ ਗੱਲ ਕਰੋਗੇ, ਉਹਨਾਂ ਵਿੱਚੋਂ ਕਿਸੇ ਨੂੰ ਨਹੀਂ ਚਾਹੀਦਾ ਕਿ ਉਹ ਨਸ਼ਾ ਛੱਡਣ, ਕਿਉਂਕਿ ਨਸ਼ਾ ਹੀ ਉਹਨਾਂ ਦਾ ਕੰਮ ਆਸਾਨ ਕਰਦਾ, ਦ ਕਾਈਂਡ ਆਫ ਫੀਲਡ ਦੇ ਆਰ ਇਨ। ਤੇ ਇਹ ਡੀ ਐਡਿਕਸ਼ਨ ਪਲਾਨ ਉਹਨਾਂ ਦੇ ਲਈ ਜਾ ਕੇ ਫੇਲ ਹੋ ਜਾਂਦਾ ਹੈ, ਜਿਹੜਾ ਨਸ਼ਾ ਮੁਕਤ ਭਾਰਤ। ਇੱਥੇ ਸਾਨੂੰ ਕੀ ਚਾਹੀਦਾ, ਸਾਨੂੰ ਚਾਹੀਦਾ ਹਾਰਮ ਰਿਡਕਸ਼ਨ। ਹਾਰਮ ਰਿਡਕਸ਼ਨ ਕਿਵੇਂ ਕਿ HIV, HCV, ਹੁਣ ਅਗਰ ਵਿਮਨ ਦੀ ਗੱਲ ਕਰੀਏ, ਫਿਜ਼ੀਓਲੋਜੀਕਲੀ, ਬਾਇਓਲੋਜੀਕਲੀ ਵਿਮਨ ਦੇ ਸਿਸਟਮ ਡਿਫਰੈਂਟ ਹੁੰਦੇ ਨੇ। ਵਿਮਨ ਨੂੰ ਐਡਿਕਸ਼ਨ ਜ਼ਿਆਦਾ ਜਲਦੀ ਲੱਗਦੀ ਆ, ਉਹਨਾਂ ਨੂੰ ਰੀਲੈਪਸ
ਜਲਦੀ ਹੁੰਦਾ ਹੈ, ਉਹਨਾਂ ਦੇ ਵਿਡਰੋਵਲ ਸਿੰਪਟਮਸ ਮੋਰ ਸਿਵੀਅਰ ਹੁੰਦੇ ਨੇ। ਇੱਕ ਈਸਟ੍ਰੋਜਨ ਕਰਕੇ ਹਾਰਮੋਨ ਹੁੰਦਾ ਵਿਮਨ ਦਾ, ਉਹ ਵੀ ਹੁਣ ਨਵੀਂ ਸਟੱਡੀਜ਼ ਤੋਂ ਆਇਆ ਆ ਕਿ ਉਹ ਰਿਲੇਟਡ ਹੁੰਦਾ ਆ ਵਿਮਨ ਦੀ ਐਡਿਕਸ਼ਨ ਦਾ ਪੋਟੈਂਸ਼ੀਅਲ ਜ਼ਿਆਦਾ ਵਧਾਉਣ ਲਈ। ਤੇ ਉਸ ਚੱਕਰ ਦੇ ਵਿੱਚ ਇਹ ਸਾਰਾ ਕੁਝ ਉਹ ਦੇਖਦੇ ਹੋਏ ਵੀ ਤੇ ਦ ਕਾਈਂਡ ਆਫ ਵਰਕ ਦੈਟ ਦੇ ਡੂ, ਉਹ ਨਹੀਂ ਚਾਹੁੰਦੀਆਂ ਕਿ ਉਹਨਾਂ ਨੂੰ ਕੋਈ ਮੁਕਤੀ ਮਿਲੇ ਉਹਨਾਂ ਦੇ ਨਸ਼ੇ ਤੋਂ, ਬਟ ਉਹ ਇਹ ਜ਼ਰੂਰ ਚਾਹੁੰਦੀਆਂ ਕਿ ਉਹਨਾਂ ਦਾ HIV ਟੈਸਟ ਹੋਏ, HCV ਟੈਸਟ ਹੋਏ। ਇਹਦੇ ਲਈ ਕਪੂਰਥਲਾ ਦੇ ਸੈਂਟਰ ਦੇ ਵਿੱਚ ਇੱਕ ਗਲੋਬਲ ਫੰਡ ਆਰਗੇਨਾਈਜੇਸ਼ਨ ਨੇ ਜੋ ਕਿ 7 ਨੇਸ਼ਨਸ ਦੇ ਵਿੱਚ ਕੰਬੋਡੀਆ, ਇੰਡੋਨੇਸ਼ੀਆ ਦੇ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਚਾਹੁੰਦੇ ਸੀ ਕਿ 150 ਲੇਡੀਜ਼ ਨੂੰ ਹਾਰਮ ਰਿਡਕਸ਼ਨ ਪ੍ਰੋਗਰਾਮ ਦੇਣਾ। ਤੇ ਉਹ ਇੱਥੇ ਸ਼ੁਰੂ ਕੀਤਾ ਗਿਆ ਆ। ਕਪੂਰਥਲਾ ਇਜ਼ ਅ ਪਾਇਲਟ ਪ੍ਰੋਗਰਾਮ ਸਟੱਡੀ ਉੱਥੇ ਦਾ, ਜਿਹਦੇ ਵਿੱਚ ਡਾਇਰੈਕਟਲੀ ਸੈਕਸ ਵਰਕਰਸ ਕੋਲ ਜਾਣਗੇ, ਜਿਹਦੇ ਵਿੱਚ ਡੀ ਐਡਿਕਸ਼ਨ ਵੀ ਹੈ। ਇਟ ਇਜ਼ ਪਾਰਟ ਆਫ ਅ ਪੈਕੇਜ, ਅ 9 ਚੀਜ਼ਾਂ ਦਾ ਪੈਕੇਜ ਆ, ਜਿਹਦੇ ਵਿੱਚ ਕੰਡਮ ਪ੍ਰਮੋਸ਼ਨ ਇਜ਼ ਵਨ ਪਾਰਟ ਆਫ ਇਟ। ਤੇ ਇਹ ਸਾਰਾ ਪੈਕੇਜ ਡੀਲ ਉਹਨਾਂ ਨੂੰ ਕਰ ਰਹੀ ਆ। ਪਰ ਇਹੀ ਸਰ, ਇਹ ਸਾਰੇ ਗਲੋਬਲੀ ਆਰਗੇਨਾਈਜੇਸ਼ਨਸ ਨੇ। ਆਈ ਡੋਂਟ ਥਿੰਕ ਸੋ ਫਰੋਮ ਦੀ ਗਵਰਨਮੈਂਟਲ ਲੈਵਲ ਇੰਦਾ ਦੇ ਕੋਈ ਐਫਰਟਸ ਆਏ ਨੇ। ਇੱਕ ਲਾਸਟ ਮੈਨੂੰ ਇਹਨਾਂ ਕੁ ਦੱਸੋ ਕਿ ਜਦੋਂ ਤੁਸੀਂ ਇਹਨਾਂ ਨਾਲ ਗੱਲਬਾਤ ਕਰੀ, ਜ਼ਿਆਦਾਤਰ ਦੇਖਿਆ ਜਾਵੇ ਤਾਂ ਜਿਹੜੇ ਸੈਕਸ ਵਰਕਰਸ ਨੇ ਹੈਗੇ ਉਹਨਾਂ ਨੇ ਤਾਂ ਆਪਦਾ ਪਾਰਟ ਬਣਾ ਹੀ ਲਿਆ ਇਸ ਚੀਜ਼ ਨੂੰ। ਹਾਂਜੀ। ਤੁਸੀਂ ਕੋਈ ਗੱਲਬਾਤ, ਕਿਉਂਕਿ ਜਦੋਂ ਆਪਣੀ ਕਿਸੇ ਨਾਲ ਗੱਲ ਹੁੰਦੀ ਹੈ ਤਾਂ ਹੋ ਸਕਦਾ ਕਿ ਸਿਰਫ ਸਟੱਡੀ ਨਹੀਂ ਬਲਕਿ ਹੋਰ ਚੀਜ਼ਾਂ ਕਰਨੀ ਵੀ ਆਪਣਾ ਧਿਆਨ ਜਾਂਦਾ। ਜਦੋਂ HIV HCV ਵਗੈਰਾ ਬਾਰੇ ਉਹਨਾਂ ਨੇ ਦੱਸਿਆ ਤਾਂ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਿਕਲ ਕੇ ਆਈ ਕਿ ਆਖਰਕਾਰ ਇਹ ਇੰਨਾ ਜ਼ਿਆਦਾ ਕਿਉਂ ਹੋ ਗਿਆ, ਕਿਉਂਕਿ ਜੇਕਰ ਉਹ ਪ੍ਰੀਕਾਸ਼ਨ ਯੂਜ਼ ਕਰਦੀਆਂ ਸਾਰਾ ਸਮਾਂ ਤਾਂ ਸ਼ਾਇਦ ਬਚ ਸਕਦੀਆਂ ਸੀ ਇਸ ਚੀਜ਼ ਤੋਂ, ਜਾਂ ਫਿਰ ਉਹ ਖੁਦ ਵੀ ਨਹੀਂ ਚਾਹੁੰਦੀਆਂ ਸੀ ਇਸ ਚੀਜ਼ ਨੂੰ। ਸਰ ਪਤਾ ਹੀ ਨਹੀਂ ਹੈਗਾ ਲੋਕਾਂ ਨੂੰ। ਮੈਂ ਤੁਹਾਨੂੰ ਕੀ ਦੱਸਾਂ, ਤੁਹਾਨੂੰ ਇਹ ਜਿਹੜੇ ਟ੍ਰੇਡ ਵਿੱਚ ਮੈਂ ਉਹੀ ਤੁਹਾਨੂੰ ਕਿਹਾ ਕਿ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਗਰ ਕੋਈ ਪ੍ਰੋਬਲਮ ਹੈਗੀ ਆ ਅਸੀਂ ਉਹਨੂੰ ਗੱਲ ਕਰੀਏ। ਸਾਡੀ ਸੋਸਾਇਟੀ ਇੱਕ ਬੈਰੀਅਰ ਬਣ ਜਾਂਦੀ ਆ ਇਟਸ ਸਪੈਸ਼ਲੀ ਇੰਦਾ ਦੀ ਚੀਜ਼ਾਂ ਦੇ, ਇੰਦਾ ਦੇ ਟੌਪਿਕਸ ਤੇ ਗੱਲ ਕਰਨ ਲਈ। ਤੇ ਜਦ ਤੱਕ ਗੱਲ ਨਹੀਂ ਹੋਊਗੀ ਸਰ, ਉਹਦਾ ਸੋਲੂਸ਼ਨ ਨਹੀਂ ਲੱਭਿਆ ਜਾਊਗਾ, ਪ੍ਰੋਬਲਮ ਡਿਸਕਸ ਨਹੀਂ ਹੋਊਗੀ। ਤੇ ਇਹਦੇ ਲਈ ਬਹੁਤ ਜ਼ਰੂਰੀ ਆ ਕਿ ਆਪਾਂ ਇਹਨੂੰ ਗੱਲ ਕਰੀਏ ਆਪਸ 'ਚ, ਆਪਣੇ ਦੋਸਤਾਂ ਨੂੰ ਪੁੱਛੀਏ ਘਰ ਜਾ ਕੇ ਕਿ ਤੁਸੀਂ। ਤੇ ਈਵਨ ਫॉर ਸੈਕਸ ਵਰਕਰਸ ਇਟ ਇਜ਼, ਇਸ ਲਈ ਉਹ ਕੰਡਮ ਪ੍ਰਮੋਸ਼ਨ ਵੀ ਵਨ ਆਫ ਦੀ ਕੰਪੋਨੈਂਟਸ ਹੈਗਾ ਆ ਉਹਨਾਂ ਦਾ ਜਿਹੜਾ ਕੰਪਰੀਹੈਂਸਿਵ ਸਿਸਟਮ ਫॉर ਹਾਰਮ ਰਿਡਕਸ਼ਨ ਆ ਉਹਦੇ ਵਿੱਚ। ਤੇ ਗੱਲਬਾਤ ਜ਼ਰੂਰੀ ਹੈਗੀ ਆ ਸਰ। ਤੇ ਲਾਸਟ ਤੁਸੀਂ ਫਿਰ ਕੀ ਕੱਢਿਆ ਦਾ ਸੋਲੂਸ਼ਨ, ਕੀ ਕੱਢਿਆ ਸੋਲੂਸ਼ਨ ਕਹੀਏ ਜਾਂ ਫਿਰ ਕਹੀਏ ਕਿ ਦਾ ਨਿਚੋੜ ਕੀ ਨਿਕਲਿਆ ਲਾਸਟ ਦੇ ਵਿੱਚ? ਸਰ ਸੋਲੂਸ਼ਨ ਤਾਂ ਦੇਖੋ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਕਰਨਾ ਪਊਗਾ, ਪਰ ਨਿਚੋੜ ਇਹ ਆ 3 ਲੈਵਲ ਤੇ ਨਿਚੋੜ ਆ ਸਰ। ਇੱਕ ਤਾਂ ਆ ਗਵਰਨਮੈਂਟ ਲੈਵਲ ਤੇ ਨਿਚੋੜ, ਦੂਸਰਾ ਆ ਸੁਸਾਇਟਲ ਸਾਡੀ ਸਾਰਿਆਂ ਦੀ ਤਰਫ ਤੋਂ ਨਿਚੋੜ, ਤੇ ਤੀਸਰਾ ਆ ਈਵਨ ਸਾਡਾ ਮੈਡੀਕਲ ਸਿਸਟਮ ਦੀ ਤਰਫ ਤੋਂ ਨਿਚੋੜ। ਤੇ ਐਜ਼ ਅ ਸੁਸਾਇਟੀ ਸਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਅੰਡਰਸਟੈਂਡ ਕਰਨਾ ਆ ਕਿ ਸਾਡੀ ਔਰਤਾਂ ਵੀ ਨਸ਼ੇ ਕਰ ਸਕਦੀਆਂ ਆ, ਤੇ ਅਗਰ ਉਹ ਕਰ ਰਹੀਆਂ ਆ ਉਹ ਕ੍ਰਿਮੀਨਲ ਨਹੀਂ ਆ, ਉਹ ਗਲਤ ਨਹੀਂ ਆ, ਉਹਨਾਂ ਨੂੰ ਘਰੋਂ ਨਹੀਂ ਬਾਹਰ ਕੱਢਣਾ, ਪਰ ਉਹਦਾ ਸੋਲੂਸ਼ਨ ਲੱਭਣਾ ਆ, ਉਹਨੂੰ ਉਸ ਹਿਸਾਬ ਨਾਲ ਦੇਖਣਾ ਆ। ਦੂਸਰਾ ਆਂਦਾ ਹੈਗਾ ਆ ਸਾਡਾ ਸਰਕਾਰ ਦੀ ਤਰਫ ਤੋਂ। ਸਰਕਾਰ ਆਪਣੀ ਤਰਫ ਤੋਂ ਕਰ ਰਹੀ ਆ ਪ੍ਰੋਗਰਾਮਸ, ਬਟ ਆਈ ਡੋਂਟ ਥਿੰਕ ਸੋ ਜੈਂਡਰ ਸੈਂਸਿਟਿਵ, ਜੈਂਡਰ ਰਿਸਪੌਂਸਿਵ ਇੰਦਾ ਦੀ ਕੋਈ ਚੀਜ਼ ਕਰਦੀ ਆ। ਜਦ ਅਸੀਂ ਪਾਲਿਸੀ ਬਣਾਉਂਦੇ ਆ ਬਹੁਤ ਜ਼ਰੂਰੀ ਆ ਤੁਸੀਂ ਹਰ ਵਰਗ ਦੇ ਬੰਦੇ ਨੂੰ ਉਸ ਪਾਲਿਸੀ ਮੇਕਿੰਗ ਦੇ ਵਿੱਚ ਪਾਰਟ ਬਣਾਓ। ਸਾਡੀ ਸਰਕਾਰ ਟੌਪ ਡਾਊਨ ਅਪਰੋਚ ਰੱਖਦੀ ਆ। ਵਾਟ ਵੀ ਵਾਂਟ ਇਜ਼ ਅ ਬੋਟਮਸ ਡਾਊਨ ਅਪਰੋਚ, ਜਿਹਦੇ ਵਿੱਚ ਲੇਡੀਜ਼ ਵੀ ਪਾਰਟ ਆਫ ਦੀ ਡਿਸਕੋਰਸ ਹੋਣ, ਜੋ ਬੈਠਣ, ਜੋ ਲੇਡੀਜ਼ ਦੀ ਪ੍ਰੋਬਲਮ ਸਮਝਣ, ਤਦ ਇੱਕ ਪਾਲਿਸੀ ਬਣੇ। ਤੇ ਤੀਸਰਾ ਆ ਜਾਂਦਾ ਡਾਕਟਰਸ। ਸਰ ਅਗਰ ਅਸੀਂ ਦੇਖੀਏ ਸਾਡੇ ਡਾਕਟਰਸ ਵੀ ਸੋਸਾਇਟੀ ਦਾ ਹੀ ਪਾਰਟ ਆ। We do not have the adequate amount of sensitization. We do not have the adequate amount of training ਉਹਨਾਂ ਨੂੰ ਦੱਸਣ ਨੂੰ ਕਿ ਅੱਛਾ ਵਿਮਨ ਦੀ ਪ੍ਰੋਬਲਮ ਡਿਫਰੈਂਟ ਆ। ਜਿਵੇਂ ਤੁਸੀਂ ਪ੍ਰੈਗਨੈਂਸੀ ਦਾ ਇਸ਼ੂ ਲਓ, ਇਹ ਵਿਮਨ ਜੋ ਡਰੱਗਸ ਲੈਂਦੀਆਂ ਉਹ ਪ੍ਰੈਗਨੈਂਟ ਵੀ ਆ, ਉਹ ਡਿਫਰੈਂਟ ਟ੍ਰੀਟਮੈਂਟ ਮੋਡੈਲਿਟੀ ਹੋਊਗੀ ਬਿਲਕੁਲ, ਕਿਉਂਕਿ ਨਹੀਂ ਤਾਂ ਉਹਨਾਂ ਦਾ ਬੱਚਾ ਤੇ ਉਹ ਵੀ ਜਾਨ ਖਤਰੇ 'ਚ ਪੈਂਦੀ ਆ। ਬਹੁਤ ਸਾਰੇ ਸਾਰੇ ਦੇ ਪਹਿਲੂ ਹੈਗੇ ਨੇ, ਤੇ ਇਹਦੇ ਲਈ ਆਪਾਂ ਸਾਰਿਆਂ ਨੂੰ as a society, as a whole, have to come forward. Government has to be more proactive. We as citizens have to be more proactive so that we can make more change and probably help our women fight this deadly menace. ਬਿਲਕੁਲ ਕਹਿ ਸਕਦੇ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਸਟੱਡੀ ਆ ਜਾਂਦੀਆਂ ਨੇ, ਕਹੀਏ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਰਕਾਰ ਦਾ ਸਿਸਟਮ ਇੰਨਾ ਵੱਡਾ ਹੁੰਦਾ ਕਿ ਉਹਨਾਂ ਕੋਲ ਰਿਸਰਚਾਂ ਨਹੀਂ ਹੈਗੀਆਂ, ਸਟੱਡੀ ਨਹੀਂ ਹੈਗੀਆਂ, ਜਾਂ ਫਿਰ ਹੁਣ ਕਹੀਏ ਲਾਸਟ 'ਚ ਕਿ ਕਰਨਾ ਨਹੀਂ ਚਾਹੁੰਦੇ। ਕਿਉਂਕਿ ਜੇਕਰ ਇਹ ਸਭ ਚੀਜ਼ਾਂ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਸਿਰਫ ਇਹ ਨਹੀਂ ਹੈਗਾ ਕਿ ਸਟੱਡੀ ਤੇ ਰਿਸਰਚਾਂ ਜਦੋਂ ਹੁੰਦੀਆਂ ਨੇ ਉਹਨਾਂ ਦੇ ਨਿਚੋੜਾਂ ਨੂੰ ਸਿਰਫ ਇਹ ਨਾ ਦੇਖਿਆ ਜਾਵੇ ਕਿ ਉਹ ਇੱਕ ਸਟੂਡੈਂਟ ਨੇ ਕਰਤੀ, ਅਸੀਂ ਰੱਖ ਲਈ, ਉਹਨੂੰ ਉਹਦੇ ਨੰਬਰ ਦਿੱਤੇ ਜਾਂ ਉਹਨੂੰ ਉਹਦੀ ਡਿਗਰੀ ਫੜਾਤੀ, ਬਲਕਿ ਜ਼ਰੂਰਤ ਹੈ ਕਿ ਜਦੋਂ ਇਸ ਲੈਵਲ ਤੋਂ ਅਸੀਂ ਚੱਕਣਾ ਸ਼ਾਇਦ ਇਹ ਚੀਜ਼ਾਂ ਨੂੰ ਸ਼ੁਰੂ ਕਰਾਂਗੇ ਤਾਈਓ ਨਸ਼ੇ ਵਰਗੀ ਵੱਡੀ ਬਿਮਾਰੀ 'ਤੇ ਅਸਰ ਪੈ ਸਕਦਾ ਹੈ, ਉਹਨੂੰ ਰੋਕਿਆ ਜਾ ਸਕਦਾ ਹੈ। ਖਤਮ ਭਾਵੇਂ ਨਾ ਕੀਤਾ ਜਾ ਸਕੇ ਪਰ ਉਹਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ, ਕਿਉਂਕਿ ਹੁਣ ਮਸਲਾ ਸਾਡੇ ਕੁੜੀਆਂ ਦਾ ਹੈ। ਕਿਉਂਕਿ ਜੇਕਰ ਕੁੜੀਆਂ ਆਖਰਕਾਰ ਇਸ ਨਸ਼ੇ ਦੇ ਦਲਦਲ 'ਚ ਇਸ ਤਰ੍ਹਾਂ ਦੇ ਨਾਲ ਫਸਣ ਲੱਗ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਗਿਆ ਜਾਂਦਾ ਸੀ ਕਿ ਹਾਂ ਘਰ ਦੀਆਂ ਜਨਾਨੀਆਂ ਕਿਸੇ ਚੀਜ਼ ਨੂੰ ਰੋਕਦੀਆਂ ਨੇ ਤਾਂ ਉਹਦਾ ਅਸਰ ਬੰਦਿਆਂ 'ਤੇ ਦੇਖਣ ਨੂੰ ਮਿਲਦਾ ਹੈ, ਪਰ ਜੇ ਜਨਾਨੀਆਂ ਨਹੀਂ ਰੋਕਣ ਨੂੰ ਹੋਣਗੀਆਂ ਤਾਂ ਬੰਦਿਆਂ 'ਤੇ ਅਸਰ ਕਿਸ ਚੀਜ਼ ਦਾ ਰਹੇਗਾ। ਯਾਨੀ ਕਿ ਸਮਾਜਿਕ ਖਤਰਾ ਕਿੱਡਾ ਵੱਡਾ ਹੈ ਉਹ ਇਹ ਜਿਹੀਆਂ ਸਟੱਡੀਆਂ ਤੋਂ ਸਾਫ਼ ਪਤਾ ਲੱਗਦਾ।
ਵੀਡੀਓ ਜਰਨਲਿਸਟ ਕਮਲ ਦਾ ਸੁਮਿਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।